ਪਮਿੱਤੋ ਕਹੀਜੈ ਕੋਟ ਇੰਦਰ ਇੰਦਰਾਣ ਸਾਹੀ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੂ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਮੂਕ ਉਚਰੈ ਸਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦੁਰ ਸੁਨੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਲੱਭ ਕੁੱਤਾ ਕੂੜ ਚੂਹੜਾ ਠੱਗ ਖਾਧਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ ਲੱਭ ਕੁੱਤਾ ਕੂੜ ਚੂਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਬਹੁਤ ਹੀ ਵਡਭਾਗੇ ਹੋ ਜੋ ਕਿ ਅੰਮ੍ਰਿਤ ਵੇਲੇ ਦੇ ਸਜੇ ਹੋਏ ਪਾਵਨ ਪਵਿੱਤਰ ਦਰਬਾਰਾਂ ਅੰਦਰ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਪਰ ਵਿਰਾਜਮਾਨ ਦਸੋ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀਆਂ ਪਾਵਨ ਪਵਿੱਤਰ ਹਾਜ਼ਰੀਆਂ ਭਰ ਰਹੇ ਹੋ। ਸਜੇ ਹੋਏ ਪਾਵਨ ਪਵਿੱਤਰ
ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਅੰਮ੍ਰਿਤ ਰੂਪ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਸੰਕਲਪਾਂ ਵਿਕਲਪਾਂ ਦੇ ਤਾਈਂ ਪ੍ਰਸ਼ਿਨ ਕਰਦਿਆਂ ਹੋਇਆਂ ਮਨੋਬਿਰਤੀਆਂ ਦੇ ਤਾਈਂ ਇਕਾਗਰ ਕਰਦਿਆਂ ਹੋਇਆਂ ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰੂ ਸਾਹਿਬਾਂ ਵੱਲੋਂ ਬਖਸ਼ਿਸ਼ ਕੀਤਾ ਗਿਆ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਅੰਦਰ ਪਹਿਲੇ ਪਾਤਸ਼ਾਹ ਧੰਨ 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 ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਆਪਣੀ ਪਾਵਨ ਰਸਨਾ ਤੋਂ ਸ਼ਬਦ ਉਚਾਰਨ ਕਰਦੇ ਹੋਏ ਕਲਿਆਣਕਾਰੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸ਼ਬਦ ਦੀ ਉਥਾਨਕਾ ਹੈ ਕਿ ਜਿਸ ਵੇਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਗਤ ਜਲੰਦੇ ਨੂੰ ਤਾਰਦੇ ਹੋਏ ਕਾਂਚੀ ਦੇ ਵਿੱਚ ਗੰਗਾ ਕਿਨਾਰੇ ਤੇ ਜਾ ਕੇ ਸਜੇ ਤੇ ਗੰਗਾ ਕਿਨਾਰੇ ਤੇ ਬੈਠ ਕੇ ਪਰਮੇਸ਼ਰ ਦੇ ਨਾਮ ਦੀ ਸਿਫਤੋ ਸਲਾਹੁਤਾ ਪਰਮੇਸ਼ਰ ਦੇ ਨਾਮ ਦਾ ਜਸ ਕਥਨ ਕਰਨ ਲੱਗੇ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪਾਤਸ਼ਾਹ ਦਾ ਆਗਮਨ ਕਾਂਚੀ ਵਾਸੀ ਪੰਡਤ ਵਿਦਵਾਨਾਂ ਨੂੰ ਪਤਾ ਲੱਗਾ ਤੋ ਪੰਡਤ ਵਿਦਵਾਨ ਗਣ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਆਏ। ਨਤਮਸਤਕ ਹੋ ਕੇ ਗੁਰਾਂ ਦੇ ਕੋਲ ਬੈਠੇ ਤੇ ਕਹਿਣ ਲੱਗੇ, ਹੇ ਧੰਨ ਗੁਰੂ ਨਾਨਕ ਦੇਵ ਜੀ, ਅਸੀਂ ਵੇਦ ਸ਼ਾਸਤਰ ਆਦਿ ਜਿਹੜੇ ਗ੍ਰੰਥ ਹੈ ਉਹਨਾਂ ਨੂੰ ਪੜ੍ਹਦੇ ਰਹਿੰਦੇ ਹਾਂ, ਪਰੰਤੂ ਸਾਡੇ ਹਿਰਦੇ ਅੰਦਰ ਸ਼ਾਂਤੀ ਨਹੀਂ ਆਉਂਦੀ। ਹਉਮੈ ਆਦਿ ਦੇ ਵਿਕਾਰ ਅੰਦਰੋਂ ਮਿਟਦੇ ਨਹੀਂ ਹੈ। ਕਿਰਪਾ ਕਰਕੇ ਕੋਈ ਉਪਦੇਸ਼ ਦਿਓ। ਤਾਂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ। ਦੂਜੀ ਉਥਾਨਕਾ ਇਸ ਪ੍ਰਕਾਰ ਵੀ ਆਉਂਦੀ ਹੈ ਕਿ ਰਾਏ ਬੁਲਾਰ ਨੇ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੇ ਕਿਹਾ, ਸਤਿਗੁਰੂ ਜੀ ਮੈਨੂੰ ਵੀ ਪਾਵਨ ਉਪਦੇਸ਼ ਦਿਓ। ਤਾਂ ਰਾਏ ਬੁਲਾਰ ਦੀ ਬੇਨਤੀ ਨੂੰ ਸੁਣ ਕੇ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ। ਸੋ ਸ੍ਰੀ ਰਾਗ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪਾਤਸ਼ਾਹ ਉਚਾਰਨ ਕਰਦੇ ਹਨ।
ਲੱਭ ਕੁੱਤਾ ਕੂੜ ਚੂਹੜਾ, ਠੱਗ ਖਾਧਾ ਮੁਰਦਾਰ। ਸਤਿਗੁਰੂ ਗੁਰੂ ਨਾਨਕ ਦੇਵ ਜੀ ਫਰਮਾ ਰਹੇ ਹੈ ਕਿ ਜੀਵ ਦੇ ਅੰਤਰਗਤ ਜਿਹੜੇ ਇਹ ਔਗਣ ਹੈ, ਇਹ ਆਸੁਰੀ ਸੰਪਦਾ ਹੈ, ਇਹ ਸ਼ਾਸ਼ਵਕ ਸ਼ਾਂਤੀ ਪ੍ਰਾਪਤ ਨਹੀਂ ਹੋਣ ਦਿੰਦੀ। ਇਹ ਔਗਣ ਜਿਤਨਾ ਚਿਰ ਹਿਰਦੇ ਅੰਦਰ ਵਾਸ ਕਰ ਰਹੇ ਹੈ, ਆਸੁਰੀ ਸੰਪਦਾ ਜਿਤਨਾ ਚਿਰ ਹਿਰਦੇ ਅੰਦਰ ਇਹ ਨਿਵਾਸ ਕਰ ਰਹੀ ਹੈ, ਉਤਨਾ ਚਿਰ ਸ਼ਾਂਤੀ ਪ੍ਰਾਪਤ ਹੋਣੀ ਸੰਭਵ ਨਹੀਂ ਹੈ। ਉਹ ਆਸੁਰੀ ਸੰਪਦਾ ਦੇ ਔਗਣ ਕਿਹੜੇ ਹੈ? ਕਹਿੰਦੇ ਲੱਭ ਕੁੱਤਾ। ਇਹ ਜੀਵ ਨੂੰ ਜਿਹੜਾ ਖਾਣ ਦਾ ਲੱਭ ਲੱਗਾ ਹੋਇਆ ਹੈ ਨਾ, ਲਾਲਚ ਲੱਗਾ ਹੋਇਆ ਹੈ, ਜਾਂ ਕਹੀਏ ਕਿ ਇਕੱਠਿਆਂ ਕਰਨ ਦਾ ਲੱਭ ਲੋਭ ਲੱਗਾ ਹੋਇਆ ਹੈ, ਇਹ ਵੀ ਧਨ ਸੰਪਦਾ, ਇਹ ਪਦਾਰਥ ਜਾਂ ਖਾਣ ਪੀਣ ਦੀਆਂ ਵਸਤੂਆਂ ਹੀ ਹੈ, ਉਹ ਵੀ ਮੈਂ ਜਮ੍ਹਾਂ ਕਰਕੇ ਰੱਖ ਲਵਾਂ ਫਿਰ ਖਾ ਲਵਾਂਗਾ। ਇਹ ਜਿਹੜਾ ਇਕੱਤਰਿਤ ਕਰਨ ਦਾ, ਇਕੱਠਿਆਂ ਕਰਨ ਦਾ ਲੋਭ ਜੀਵ ਦੇ ਅੰਦਰ ਬਣ ਰਿਹਾ, ਇਹ ਲੋਭ ਹੀ ਕੁੱਤਾ ਹੈ, ਜਾਂ ਕਈ ਲੋਭ ਕਾਰਨ ਹੀ ਜੀਵ ਕੁੱਤਾ ਬਣ ਰਿਹਾ। ਕੁੱਤੇ ਦਾ ਸੁਭਾਅ ਹੁੰਦਾ ਹੈ ਰੋਟੀ ਰੱਜ ਕੇ ਖਾਣ ਉਪਰੰਤ ਵੀ ਰੋਟੀ ਚੁੱਕ ਕੇ ਲੈ ਜਾਵੇਗਾ ਤੇ ਜਾ ਕੇ ਉਹ ਮਿੱਟੀ ਵਿੱਚ ਨੱਪ ਦੇਵੇਗਾ। ਹੁਣ ਰੋਟੀ ਨੱਪਦਿਆਂ ਕੁੱਤੇ ਨੂੰ ਤਾਂ ਬਹੁਤ ਤਾਦਾਦ ਦੇ ਵਿੱਚ ਲੋਕਾਂ ਡਿੱਠਾ ਹੋਣਾ, ਵੇਖਿਆ ਹੋਣਾ, ਕਿੰਤੂ ਕਦੇ ਪੁੱਟ ਕੇ ਖਾਂਦਾ ਵੀ ਵੇਖਿਆ, ਕਦੇ ਨਹੀਂ। ਸੋ ਇਸੇ ਤਰ੍ਹਾਂ ਇਹ ਜੀਵ ਦੇ ਅੰਦਰ ਇਹ ਲੋਭ ਲੱਗ ਰਿਹਾ, ਮੈਂ ਪਦਾਰਥ ਜਮ੍ਹਾਂ ਕਰ ਲਵਾਂ, ਖਾਣ ਪੀਣ ਦੀਆਂ ਵਸਤੂਆਂ ਇਕੱਠੀਆਂ ਕਰ ਲਵਾਂ, ਇਹ ਧਨ ਦੌਲਤ ਸੰਪਤੀ ਇਕੱਠੀ ਕਰ ਲਵਾਂ। ਇਹ ਇਕੱਤਰਿਤ ਕਰਨ ਦਾ ਲੋਭ ਜੋ ਜੀਵ ਦੇ ਅੰਦਰ ਬਣਿਆ ਹੋਇਆ, ਤੇ ਜਿਹੜਾ ਇਕੱਠਿਆਂ ਕਰਨ ਬਾਬਤ ਹੀ ਲੱਗਾ ਰਹਿੰਦਾ ਹੈ, ਕਹਿੰਦੇ ਸੂਮੈ ਧਨ ਰਾਖਣ ਕਉ ਦਿਓ, ਕੰਜੂਸ ਉਹਨੂੰ ਧਨ ਦੀ ਰਖਵਾਲੀ ਬਿਠਾਇਆ, ਪਦਾਰਥਾਂ ਦਾ ਰਖਵਾਲਾ ਬਿਠਾਇਆ। ਮੂਰਖ ਸਮਝਦਾ ਇਹ ਮੇਰੇ ਹੈ, ਜਦ ਕਿ ਇਹ ਪਦਾਰਥ ਜਾਂ ਧਨ ਸੰਪਦਾ ਜਿਹੜੀ ਜਮ੍ਹਾਂ ਕੀਤੀ ਹੋਈ ਹੈ ਉਹ ਮੇਰੀ ਨਹੀਂ, ਆਪਣੀ ਨਹੀਂ। ਫਿਰ ਆਪਣੀ ਸੰਪਦਾ ਕਿਹੜੀ ਹੈ? ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹੈ ਕਿ ਹੋਤਾ ਨਾ ਰਾਖੈ ਅਕੇਲਾ ਨਾ ਖਾਏ, ਤਹਿਕੀਕ ਦਿਲਦਾਨੀ ਵਹੀ ਪਿਸਤ ਜਾਏ। ਸਤਿਗੁਰੂ ਜੀ ਫਰਮਾਉਂਦੇ ਹੈ ਕਿ ਦੇਵੈ ਦਿਲਾਵੈ ਰਜਾਵੈ ਖੁਦਾਏ। ਜੋ ਕੋਲ ਹੈ ਉਹ ਹੋਰਨਾਂ ਵਿੱਚ ਵੰਡ ਲਿਆ, ਆਪ ਛਕ ਛਕਾ ਲਿਆ, ਉਹੀ ਆਪਣਾ। ਜਿਹੜਾ ਜਮ੍ਹਾਂ ਕਰਕੇ ਰੱਖਿਆ ਹੋਇਆ ਉਹ ਤੇ ਪਰਾਇਆਂ ਦਾ ਹੀ ਆਪਾਂ ਮਾਤਰ ਰਖਵਾਲੀ ਬੈਠੇ ਹੋਏ ਆ। ਸੋ ਇਹ ਜਿਹੜਾ ਇਕੱਠੇ ਕਰਨ ਦਾ ਖਾਣਯੋਗ ਪਦਾਰਥ ਜਾਂ ਧਨ ਸੰਪਦਾ,
ਇਹ ਇਕੱਤਰਤ ਕਰਨ ਦਾ ਜਿਹੜਾ ਜੀਵ ਦੇ ਅੰਦਰ ਲੋਭ ਲੱਗਾ ਹੋਇਆ ਹੈ ਨਾ, ਇਹ ਕੁੱਤਾ ਹੈ ਤੇ ਲੋਭ ਹੀ ਪਾਪ ਦਾ ਬਾਪ ਹੁੰਦਾ। ਪਾਪ ਜੋ ਜੀਵ ਦਾ ਪਾਪ ਕਰਮ ਹੈ, ਪਾਪ ਕਰਮ ਕਰਨ ਵਾਲਾ ਜੀਵ ਕਦੇ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦਾ। ਸ਼ਾਸ਼ਵਤ ਸ਼ਾਂਤੀ ਦੀ ਪ੍ਰਾਪਤੀ ਤਦ ਹੀ ਹੈ ਜਦ ਕੋਈ ਧਰਮ ਪੂਰਵਕ ਕਰਮ ਕਰਦਾ ਹੈ। ਪਾਪ ਦੇ ਕਰਮ ਹਿਰਦੇ ਨੂੰ ਹਮੇਸ਼ਾ ਅਸ਼ਾਂਤ ਰੱਖਦੇ। ਸੱਤਿਆ ਦਾ ਅਤੇ ਦਸਾਂ ਨਵਾਂ ਦੀ ਕਿਰਤ ਦਾ ਧਰਮ, ਸੱਚ ਬੋਲਣ ਦਾ ਕਰਮ, ਇਹ ਅੰਦਰ ਸ਼ਾਂਤੀ ਦਿੰਦਾ। ਤੇ ਝੂਠ ਬੋਲਣਾ, ਇਸੇ ਤਰ੍ਹਾਂ ਪਾਪ ਕਰਮ ਕਰਨੇ, ਉਹ ਹਿਰਦੇ ਨੂੰ ਹਮੇਸ਼ਾ ਅਸ਼ਾਂਤ ਰੱਖਦੇ ਆ। ਸੋ ਜਿਹੜਾ ਲੱਭ ਹੈ ਇਹ ਪਾਪ ਦਾ ਬਾਪ ਹੈ। ਲੋਭੀ ਜੀਵ ਪਾਪ ਕਰਮ ਕਰਨ ਵੱਲੋਂ ਕਦੇ ਸੰਕੋਚ ਨਹੀਂ ਕਰਦਾ। ਕਿਆ ਨ ਲੋਭੀ ਕਾ ਵਸਾਹੋ ਨ ਕੀਚਈ ਜੇ ਕਾ ਪਾਰ ਵਸਾਏ। ਦਰਿਆਓਂ ਪਾਰ ਵੀ ਰਹਿੰਦਾ ਹੋਵੇ ਨਾ ਲੋਭੀ ਜੀਵ ਤੇ ਉਹਦਾ ਵਸਾ ਨਹੀਂ ਖਾਣਾ ਚਾਹੀਦਾ, ਕਿਉਂਕਿ ਉਹ ਧਨ ਸੰਪਦਾ ਜਾਂ ਪਦਾਰਥ ਦੀ ਪ੍ਰਾਪਤੀ ਵਾਸਤੇ ਜੋ ਉਹਨੂੰ ਲੋਭ ਲੱਗ ਰਿਹਾ, ਉਹਦੀ ਪ੍ਰਾਪਤੀ ਵਾਸਤੇ ਉਹ ਕਿਸੇ ਦਾ ਵੀ ਮਿੱਤ ਨਹੀਂ ਹੈ। ਉਹ ਧਨ ਸੰਪਦਾ ਜਾਂ ਪਦਾਰਥ ਵਾਸਤੇ ਆਪਣੇ ਪਰਾਏ ਦਾ ਭੇਦ ਸਮਾਪਤ ਕਰ ਦਿੰਦਾ। ਭਾਵ ਉਹਦੇ ਸਾਹਮਣੇ ਜੋ ਵੀ ਆਵੇਗਾ ਆਪਣੀ ਲੋਭ ਦੀ ਪੂਰਤੀ ਵਾਸਤੇ ਕਿਤਨਾ ਵੀ ਪਾਪ ਕਰਮ ਕਰ ਜਾਵੇਗਾ, ਸੰਕੋਚ ਨਹੀਂ ਕਰੇਗਾ। ਜੈਸੇ ਪਾਪ ਦੇ ਬਾਪ ਦਾ ਨਾਮ ਕਿਸੇ ਰਾਜੇ ਨੇ ਪੰਡਤ ਕੋਲੋਂ ਪੁੱਛਿਆ ਤੇ ਪੰਡਤ ਤੇ ਨਿੰਮੋ ਝੂਣਾ ਹੋਇਆ। ਕਹਿੰਦਾ ਥੋੜੇ ਦਿਨ ਮਗਰੋਂ ਜਵਾਬ ਦਿਆਂਗਾ। ਘਰੇ ਗਿਆ ਤੇ ਉਦਾਸ ਵੇਖ ਪਿਤਾ ਨੂੰ ਪੁੱਤਰੀ ਨੇ ਪੁੱਛਿਆ ਕੀ ਕਾਰਨ ਹੈ, ਤੇ ਦੱਸਿਆ ਰਾਜਾ ਪਾਪ ਦੇ ਬਾਪ ਦਾ ਨਾਮ ਪੁੱਛਦਾ ਹੈ। ਈਰਸ਼ਾਲੂ ਪੰਡਤ ਨੇ ਮੇਰੇ ਵਿਰੁੱਧ ਇਹ ਸਵਾਲ ਖੜਾ ਕਰਵਾਇਆ ਤਾਂ ਕਿ ਪ੍ਰੋਹਤਾਈ ਦਾ ਅਹੁਦਾ ਰਾਜ ਦਰਬਾਰ ਵਿੱਚ ਮੇਰਾ ਖੁੱਸ ਜਾਵੇ ਤੇ ਉਹ ਜਿਹੜਾ ਮੇਰਾ ਵਿਰੋਧੀ ਸ਼ਤਰੂ ਪੰਡਤ ਆ ਉਹ ਪ੍ਰੋਹਤਾਈ ਅਹੁਦਾ ਪ੍ਰਾਪਤ ਕਰਿਆ ਚਾਹੁੰਦਾ। ਪ੍ਰੋਹਤ ਦੀ ਪੰਡਤ ਦੀ ਪੁੱਤਰੀ ਕਹਿਣ ਲੱਗੀ ਤੁਸੀਂ ਚਿੰਤਾ ਨਾ ਕਰੋ, ਤੇ ਜਾ ਕੇ ਉਸੇ ਪੰਡਤ ਨੂੰ ਜਿਹਨੇ ਰਾਜੇ ਨੂੰ ਉਕਸਾਇਆ ਸੀ ਕਿ ਪਾਪ ਦੇ ਬਾਪ ਦਾ ਨਾਮ ਪ੍ਰੋਹਤ ਕੋਲੋਂ ਪੁੱਛ, ਉਹਨੂੰ ਜਾ ਕੇ 500 ਰੁਪਏ ਦਾ ਲਾਲਚ ਦਿੱਤਾ ਤੇ ਕਿਹਾ ਕਿ ਇੱਕ ਕੁੱਤਾ ਮਾਰ ਕੇ ਤੇ ਕੱਪੜੇ 'ਚ ਲਪੇਟ ਕੇ ਤੁਸੀਂ ਰਾਜ ਦਰਬਾਰ ਵਿੱਚ ਆਉਣਾ, ਔਰ ਕੁਝ ਨਹੀਂ ਕਰਨਾ। ਉਸ ਇਹਨਾਂ ਕਾਰਿਆ ਕਰਨਾ ਤੇ ਇਹਦਾ ਤੁਹਾਨੂੰ 500 ਰੁਪਇਆ ਮਿਲੇਗਾ। ਉਹ ਕਹਿਣ ਲੱਗਾ ਤੇ ਬੜੀ ਚੰਗੀ ਗੱਲ ਹੈ, ਕੁੱਤੇ ਦੀ ਕਿਹੜੀ ਗੱਲ ਹੈ ਤੇ 500 ਰੁਪਇਆ ਮਿਲ ਜਾਣਾ। ਉਹਨਾਂ ਸਮਿਆਂ ਦੇ ਵਿੱਚ 500 ਰੁਪਇਆ ਬਹੁਤ ਹੋਇਆ ਕਰਦਾ ਸੀ। ਉਹਨੇ ਕੁੱਤਾ ਮਾਰਿਆ ਤੇ ਕੱਪੜੇ 'ਚ ਲਪੇਟਿਆ ਤੇ ਚੁੱਕ ਲਿਆਇਆ। 500 ਰੁਪਇਆ ਉਹਨੂੰ ਮਿਲ ਚੁੱਕਾ ਪਹਿਲਾਂ ਹੀ। ਰਾਜੇ ਨੇ ਫਿਰ ਅੱਜ ਪੁੱਛਿਆ ਰਾਜੇ ਨੇ ਫਿਰ ਪੁੱਛਿਆ ਕਿ ਪਾਪ ਦਾ ਬਾਪ ਕੌਣ ਹੈ, ਤੇ ਉਹ ਪ੍ਰੋਹਤ ਦੀ ਪੁੱਤਰੀ ਪੰਡਤ ਨੂੰ ਜਿਹਨੂੰ ਪੈਸੇ ਦਿੱਤੇ ਸੀ ਤੇ ਕੁੱਤਾ ਮਰਵਾ ਕੇ ਕੱਪੜੇ 'ਚ ਲਪੇਟ ਕੇ ਮੰਗਵਾਇਆ ਸੀ, ਕਹਿਣ ਲੱਗੀ ਪੰਡਤ ਜੀ ਆ ਕੀ ਬੰਨਿਆ ਕੱਪੜੇ 'ਚ, ਤੁਸੀਂ ਭਲਾ ਖੋਲ ਕੇ ਤੇ ਵਿਖਾਓ ਖਾਂ।
ਉਹ ਨਿੰਮ ਝੂਣਾ ਜਿਹਾ ਹੋ ਗਿਆ ਕਿ ਸਭਾ ਵਿੱਚ ਮੈਨੂੰ ਕਹਿ ਰਹੀ ਖੋਲ ਕੇ ਵਿਖਾ। ਹੁਣ ਰਾਜੇ ਨੇ ਆਦੇਸ਼ ਦਿੱਤਾ, ਪੰਡਤ ਜੀ ਕੀ ਹੈ ਲਪੇਟਿਆ, ਕੱਛੇ ਮਾਰਿਆ, ਖੋਲੋਗਾ ਕੀ ਆ। ਖੋਲਿਆ ਤੇ ਮਰਿਆ ਕੁੱਤਾ। ਪ੍ਰੋ ਦੀ ਪੁੱਤਰੀ ਕਹਿਣ ਲੱਗੇ ਜੀ ਇਹ ਪਾਪ ਦੇ ਬਾਪ ਦਾ ਨਾਮ ਹੈ। ਰਾਜਾ ਕਹਿਣ ਲੱਗਾ ਜੀ ਮੈਨੂੰ ਪਤਾ ਨਹੀਂ ਲੱਗਾ ਕਿ ਪਾਪ ਦੇ ਬਾਪ ਦਾ ਨਾਮ ਇਹ ਕੀ ਹੈ। ਪ੍ਰੋਹਤ ਪੁੱਤਰੀ ਕਹਿਣ ਲੱਗੀ ਇਹ ਲੋਭ ਵਸੀਕਾਰ ਹੋਏ ਪੰਡਤ ਨੇ ਕੁੱਤੇ ਨੂੰ ਮਾਰਨ ਲੱਗਿਆ ਸੰਕੋਚ ਨਹੀਂ ਕੀਤਾ। 500 ਰੁਪਏ ਦਾ ਇਹਦੇ ਅੰਦਰ ਲੋਭ ਲੱਗਾ ਤੇ ਲੋਭ ਦੇ ਵਸੀਕਾਰ ਹੋਏ ਨੇ। ਇਹਨੇ ਕੁੱਤੇ ਨੂੰ ਮਾਰਨ ਦਾ ਸੰਕੋਚ ਨਹੀਂ ਕੀਤਾ, ਜਦ ਕਿ ਆਪ ਦੱਸਦਾ ਹੈ ਪੰਡਤ ਕਿ ਇਹ ਚਾਹੇ ਕੁੱਤਾ, ਕੀੜੀ, ਕਾਡਾ ਜਾਂ ਸਮਸਤ ਜਿਤਨੇ ਵੀ ਜੀਵ ਸਾਰਿਆਂ ਵਿੱਚ ਇੱਕੋ ਹੀ ਪਰਮੇਸ਼ਰ ਦੀ ਅੰਸ਼ ਹੈ। ਤੇ ਜਦ ਸਾਰਿਆਂ ਵਿੱਚ ਇੱਕੋ ਹੀ ਹੈ, ਇਹ ਗਿਆਨਵਾਨ ਇਤਨਾ ਹੁੰਦਿਆਂ ਵੀ, ਵਿਦਵਾਨ ਹੁੰਦਿਆਂ ਵੀ ਕੁੱਤੇ ਨੂੰ ਮਾਰਨ ਲੱਗੇ ਨੇ ਸੰਕੋਚ ਨਹੀਂ ਕੀਤਾ। ਕਿਸ ਕਾਰਨ? ਕਿਉਂਕਿ ਮਾਇਆ ਦਾ ਲੋਭ ਸੀ ਇਹਦੇ ਮਨ ਵਿੱਚ। ਸੋ ਲੋਭ ਹੀ ਪਾਪ ਦੇ ਬਾਪ ਦਾ ਨਾਮ ਹੈ। जैसे कोई को प्रोहत दा पुत्र, पंडित दा पुत्र विद्या ग्रहण विश्वविद्यालय गया, बड़ी भारी विद्या ग्रहण करके आया। घरे आया तो कहने लगा मैं बहुत बड़ा विद्वान बन गया, बड़ी विद्या पढ़ ली। पिता पुछदा प्यो दा पाप दे पिता का नाम की हुंदा है। अखेत के ग्रंथ च गल आई नहीं ते ना मैं पढ़ी है। तो जिन्ना चिर नहीं पता लगता काहदा विद्वान है तू, जा सिख के आ। चलिया गया पाप दे बाप दा नाम पता करना है। पाप दे बाप दा नाम पता करने वास्ते तुरिया जा रहा है। ते चलदियां चलदियां भुख भी लगी, प्यास लगी है। ते एक वेश्या दे घर दे अगे खलोता, उन्हें पता नहीं सी पंडित ने वेश्या। ते जदों घर दे सामने आके ते जल मंगया ते वेश्या जल लैके आई है। नाले कहन लगी आओ पंडित जी बैठो सजो। जिस वेले अंदर बिठाया सत्कार पूर्वक जल पियाउन लगी है तो पूछन लगे है पंडित कि तू कौन है, क्योंकि मैं ब्राह्मण जां क्षत्रिय दे घर दा दिता ही खांदा हाँ, अन्य किसी दे घर दा मैं खांदा नहीं। कहन लगी जी हाँ तो मैं वेश्या, किंतु मेरी बड़ी भावना सी कि पंडित जी घरे आए कोई जल पानी छकावा। अज तो मैं भोजन भी तैयार किया है तो तुसी कृपया छक लो। वो पंडित कहने लगा नहीं मैं नहीं छकांगा। कहने लगी मैं दक्षिणा भी देनी है, मैं दक्षिणा भी देवांगी ते तुसी छक लो। 100 रुपया दक्षिणा देती, जल छक लिया पंडित ने। ते जल छक के सोचा चलो गंगा स्नान कर लवांगे। कहने लगे भोजन भी तैयार किया। नहीं नहीं भोजन नहीं छकना असीं। कहने लगे कि एक डुबकी लाउणी गंगा विच, 2-4 होर ला लियो, नाले मैं तुहानू दक्षिणा भी दे रही हाँ 500 रुपया, तो तुसी भोजन छक लो। ते पंडित ने छक लिया। हुण पुछदी तुसी किधर आए हो? आखे मैं पाप दे बाप दा नाम पुछण आया। तो पंडित नूं कहण लगे तुसी इत्थे विश्राम भी कर लो, तुहानू मैं 1000 रुपया देवांगी। 2-4 होर डुबकियां गंगा च ला लियो तुसी,
ਚੱਲ ਜੇ ਤੂੰ ਇੰਨਾ ਕਹਿਨੀ ਆ ਤੇ ਫਿਰ ਇੱਥੇ ਵਿਸ਼ਰਾਮ ਕਰ ਲੈਨੇ। ਪਾਪ ਦੇ ਬਾਪ ਦਾ ਨਾਮ ਮੈਂ ਪੁੱਛਣਾ, ਉਹ ਵੇਸ਼ਿਆ ਮੂੰਹ ਤੇ ਚਪੇੜ ਮਾਰਦੀ ਹੈ ਪੰਡਤ ਦੇ। ਹਲੇ ਤੱਕ ਪਾਪ ਦੇ ਬਾਪ ਦਾ ਨਾਮ ਪਤਾ ਹੀ ਨਹੀਂ ਲੱਗਾ। ਲੋਭ ਦੇ ਵਸੀਕਾਰ ਹੋਏ, ਆਪਣੇ ਧਰਮ ਤੋਂ ਡਿੱਗ ਰਹੇ ਹੋ। ਮਾਇਆ ਦੇ ਵਸੀਕਾਰ ਹੋਏ, ਆਪਣੇ ਧਰਮ ਤੋਂ ਡਿੱਗ ਕੇ ਪਾਪ ਕਰ ਰਹੇ ਹੋ ਤੇ ਹਲੇ ਪਾਪ ਦੇ ਬਾਪ ਦਾ ਹੀ ਪਤਾ ਨਹੀਂ ਲੱਗਾ। ਗਿਆਨ ਹੋ ਗਿਆ, ਵਿਸ਼ਿਆ ਨੂੰ ਮੱਥਾ ਟੇਕਿਆ, ਤੂੰ ਮੇਰੇ ਗੁਰੂ ਹੈ, ਮੈਨੂੰ ਗਿਆਨ ਕਰਵਾਇਆ। ਤੇ ਘਰੇ ਆ ਕੇ ਆਪਣੇ ਪਿਤਾ ਪੁਰੋਹਿਤ ਨੂੰ ਦੱਸਦਾ ਹੈ ਕਿ ਪਾਪ ਦੇ ਬਾਪ ਦਾ ਨਾਮ ਲੋਭ ਹੀ ਹੈ। ਸੋ ਲੋਭ ਦੇ ਵਸੀਕਾਰ ਹੋਇਆ ਜੀਵ ਕੋਈ ਵੀ ਪਾਪ ਕਰਮ ਕਰਨ ਵੱਲੋਂ ਸੰਕੋਚ ਨਹੀਂ ਕਰਦਾ। ਲੋਭ ਕਾਰਨ ਹੀ ਸੰਸਾਰ ਦੇ ਵਿੱਚ ਆਪਣੇ ਪਰਾਏ ਦਾ ਭੇਦ ਸਮਾਪਤ ਹੋ ਜਾਂਦਾ। ਲੋਭੀ ਵਸੀਕਾਰ ਹੋਏ ਜੀਵ ਆਪਣੇ ਆਪਣਿਆਂ ਨੂੰ ਮਾਰ ਦਿੰਦੇ ਹੈ। ਧਨ ਦੌਲਤ ਜ਼ਮੀਨ ਜਾਇਦਾਦ ਦੀ ਖਾਤਰ ਆਪਣੇ ਆਪਣਿਆਂ ਦਾ ਵਿਨਾਸ਼ ਕਰ ਦਿੰਦੇ ਹੈ। ਇਹ ਲੋਭ ਐਸਾ ਕੁੱਕਰ ਹੈ, ਕੁੱਤਾ ਹੈ। ਗੁਰੂ ਨਾਨਕ ਦੇਵ ਜੀ ਕਹਿ ਰਹੇ ਜੀਵ ਦੇ ਅੰਦਰ ਲੱਗ ਰਿਹਾ ਲੋਭ, ਕੁੱਤੇ ਦੀ ਨਿਆਈ, ਜਿਸ ਕਾਰਨ ਇਹ ਜੀਵ ਪਾਪ ਕਰਮ ਕਰਦਾ। ਤੇ ਪਾਪ ਕਰਮ ਕਦੇ ਸ਼ਾਸ਼ਵਤ ਸ਼ਾਂਤੀ ਨਹੀਂ ਪ੍ਰਦਾਨ ਕਰ ਸਕਦੇ, ਕਿਉਂਕਿ ਕਰਮ ਬੀਜ ਹੈ ਤੇ ਪਾਪ ਕਰਮ ਦਾ ਫਲ, ਪਾਪ ਕਰਮ ਰੂਪੀ ਬੀਜ ਦਾ ਫਲ ਸਰੂਪ ਹਮੇਸ਼ਾ ਅਸ਼ਾਂਤੀ ਹੈ, ਦੁੱਖ ਹੈ, ਬਖੇੜਾ ਹੈ। ਧਰਮ ਦੇ ਕਰਮ ਦਾ ਫਲ ਸਰੂਪ ਸ਼ਾਂਤੀ ਹੈ, ਸੁਖ ਹੈ, ਸਕੂਨ ਹੈ। ਇਸ ਵਾਸਤੇ ਲੱਭ ਜਿਹੜਾ ਲੋਭ ਦੇ ਵਸੀਕਾਰ ਹੋਇਆ ਜੀਵ ਪਾਪ ਕਰਮ ਕਰਦਾ, ਉਹਨੂੰ ਕਦੇ ਸ਼ਾਸ਼ਵਤ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ। ਸੋ ਲੱਭ ਕੁੱਤਾ, ਇਹ ਜਿਹੜਾ ਲੋਭ ਹੈ ਇਹ ਕੁੱਤੇ ਦੀ ਨਿਆਈ ਹੈ। ਕੂੜ ਚੂੜਾ, ਫਿਰ ਜੀਵ ਦੇ ਅੰਦਰ ਜਿਹੜਾ ਕੂੜ ਲੱਗ ਰਿਹਾ ਹੈ, ਝੂਠ ਬੋਲਦਾ, ਪ੍ਰਤੀ ਇੱਕ ਗੱਲ ਦੇ ਪਿੱਛੇ ਜੀਵ ਝੂਠ ਬੋਲਦਾ। ਸੱਚਾਈ ਬਿਆਨ ਕਰਨ ਵੱਲੋਂ ਇਹ ਦੂਰ ਹੈ ਤੇ ਝੂਠ ਬੋਲਦਾ। ਜਿਹੜਾ ਝੂਠ ਬੋਲਦਾ ਇਹ ਹੋਈ ਚੂੜਾ ਹੈ। ਚੂੜਾ ਨਾਮ ਚੰਡਾਲ ਹੈ। ਕੂੜ ਬੋਲਣਾ ਇੱਕ ਤੇ ਝੂਠ ਬੋਲਣਾ, ਹੂਬਹੂ ਹੋਈ ਗੱਲ ਨੂੰ ਬਿਆਨ ਨਾ ਕਰਕੇ ਤੇ ਉੱਤੇ ਪਰਦਾ ਪਾ ਕੇ ਝੂਠ ਗੱਲ ਕਹਿ ਦੇਣੀ। ਸੰਸਾਰਕ ਤਲ ਤੇ ਕਿ ਝੂਠ ਹੈ। ਤੇ ਇੱਕ ਝੂਠ ਹੈ ਕਿ ਸੱਚੇ ਨਾਮ ਤੋਂ ਬਿਨਾਂ ਜੋ ਕੁਝ ਵੀ ਆਪਾਂ ਬੋਲਦੇ ਹਾਂ ਉਹ ਝੂਠ ਹੀ ਆ। ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ, ਨਿੰਦਾ ਚੁਗਲੀ ਦੀਆਂ ਗੱਲਾਂ ਕਰਨੀਆਂ, ਇੱਧਰ ਉੱਧਰ ਦੇ ਕਾਰ ਵਿਹਾਰ ਦੀਆਂ ਗੱਲਾਂ, ਜਦ ਕਿ ਸੰਸਾਰ ਝੂਠਾ ਹੈ। ਸੰਸਾਰ ਦੇ ਕਾਰ ਵਿਹਾਰ ਦੀਆਂ ਗੱਲਾਂ ਕਿਵੇਂ ਸੱਤਿਅ ਹੋ ਸਕਦੀਆਂ? ਸੋ ਇਹ ਵੀ ਝੂਠ ਹੀ ਬੋਲ ਰਹੇ ਹਾਂ। ਨਾਮ ਤੋਂ ਬਿਨਾਂ ਜੋ ਵੀ ਬੋਲਣਾ ਝੂਠ ਹੀ ਬੋਲਣਾ ਹੈ। ਇੱਕ ਸੰਸਾਰਕ ਤਲ ਤੇ ਹੋਈ ਗੱਲ ਨੂੰ ਹੂਬਹੂ ਨਾ ਬਿਆਨ ਕਰਨਾ ਵੀ ਝੂਠ ਬੋਲਣਾ ਹੈ। ਸੋ ਇਹ ਜਿਹੜਾ ਕੂੜ ਬੋਲਣਾ ਹੈ, ਝੂਠ ਬੋਲਣਾ, ਇਹ ਚੂੜਾ ਹੈ, ਜੀਵ ਦੇ ਅੰਦਰ ਨਿਵਾਸ ਕਰ ਰਿਹਾ। ਠੱਗ ਖਾਧਾ ਮੁਰਦਾਰ, ਤੇ ਜਿਹੜਾ ਠੱਗੀ ਮਾਰ ਕੇ ਖਾਣਾ, ਲੋਕਾਂ ਦੇ ਨਾਲ ਧੋਖਾ ਛਲ ਫਰੇਬ ਕਰਨਾ, ਇਹ ਧੋਖਾ ਠੱਗੀ ਮਾਰਨੀ ਜਿਹੜੀ ਹੈ ਨਾ, ਇਹ ਮੁਰਦਾਰ ਦਾ ਖਾਣਾ। ਕੂੜ ਬੋਲ ਮੁਰਦਾਰ ਖਾਏ, ਕਿਉਂਕਿ ਠੱਗੀ ਝੂਠ ਬੋਲ ਕੇ ਵੱਜਦੀ ਹੈ ਨਾ। ਤੇ ਕੂੜ ਬੋਲ ਮੁਰਦਾਰ ਖਾਏ, ਜਿਹੜਾ ਝੂਠ ਬੋਲ ਕੇ ਤੇ ਧੋਖਾ ਧੜੀ ਕਰਕੇ ਧਨ ਪਦਾਰਥ ਲਿਆਉਣਾ, ਘਰੇ ਅੰਨ ਜਲ ਸੇਵਨ ਕਰਨਾ, ਜਿਹੜਾ ਖਾਣਾ ਹੈ ਨਾ, ਇਹ ਮੁਰਦਾ ਖਾਣ ਤੋਲ ਹੈ, ਮਰੇ ਹੋਏ ਪਸ਼ੂ ਦੇ ਖਾਣ ਤੋਲ ਹੈ। ਜਿਹੜਾ ਠੱਗੀ ਮਾਰ ਕੇ ਧਨ ਪਦਾਰਥ ਘਰੇ ਲਿਆਉਣਾ, ਆਪ ਵੀ ਮੁਰਦਾ ਖਾਣ, ਬੱਚਿਆਂ ਨੂੰ ਵੀ ਮੁਰਦਾ ਖਵਾਉਣਾ,
ਕਹਿੰਦੇ ਜੀ ਬੱਚੇ ਆਗਿਆਕਾਰੀ ਨਹੀਂ ਬਣਦੇ, ਇਹ ਬੱਚੇ ਬੜੇ ਜਿੱਦੀ, ਆਖੇ ਨਹੀਂ ਲੱਗਦੇ, ਕੁਰਾਏ ਪੈ ਗਏ, ਸਿੱਧੇ ਰਸਤੇ ਨਹੀਂ ਚੱਲਦੇ। ਕਿਵੇਂ ਚੱਲਣ? ਦਸਾਂ ਨਵਾਂ ਦੀ ਕਿਰਤ ਕਰਕੇ ਲਿਆ ਕੇ ਭਾਵੇਂ ਅਲਪੀ ਖਵਾਇਆ ਹੋਵੇ ਬੱਚਿਆਂ ਨੂੰ, ਕਿਉਂ ਨਾ ਉਹਨਾਂ ਦੀ ਮੱਤ ਉੱਚੀ ਹੋਵੇਗੀ, ਅਵශ්‍ය ਹੋਵੇਗੀ। ਤੇ ਜਦ ਖਾਣ ਪੀਣ ਹੀ ਮਾੜਾ ਹੈ, ਮੰਦਾ ਹੈ, ਇੱਕ ਤਾਂ ਬਾਹਰੋਂ ਲਿਆਉਣ ਵਾਲਾ ਜਿਹੜਾ ਘਰ ਦਾ ਆਗੂ ਹੈ, ਉਹ ਵੀ ਧੋਖੇ ਧੜੀ ਛਲ ਫਰੇਬ ਨਾਲ ਘਰੇ ਲੈ ਕੇ ਆਉਂਦਾ ਹੈ। ਧਨ ਵੀ ਜਾਂ ਫਿਰ ਧਨ ਦੇ ਨਾਲ ਖਰੀਦਿਆ ਰਾਸ਼ਨ ਪਾਣੀ ਧੋਖੇ ਧੜੀ ਦਾ ਲਿਆਂਦਾ, ਦਸਾਂ ਨਵਾਂ ਦੀ ਕਿਰਤ ਦਾ ਨਹੀਂ, ਛਲ ਫਰੇਬ ਕਰਕੇ ਲਿਆਂਦਾ। ਤੇ ਘਰੇ ਲਿਆਂਦਿਆਂ ਹੋਇਆਂ ਫਿਰ ਪਤਨੀ ਨੇ ਵੀ ਕੋਈ ਸੁਚਮਤਾ ਨਾਲ ਨਹੀਂ ਤਿਆਰ ਕੀਤਾ, ਕੋਈ ਪਵਿੱਤਰਤਾ ਦੇ ਨਾਲ ਤਿਆਰ ਕਰਕੇ ਗੁਰੂ ਇਸ਼ਟ ਨੂੰ ਯਾਦ ਨਹੀਂ ਕੀਤਾ, ਤੇ ਝੂਠ ਕੂਠ ਵਿੱਚ ਨੰਗਾ ਸਿਰ, ਪੈਰਾਂ 'ਚ ਜੁੱਤੀ, ਝੂਠੇ ਬਰਤਨ ਵਿੱਚ ਤਿਆਰ ਕੀਤਾ ਪਕਵਾਨ, ਤੇ ਗਾਲਾਂ ਕੱਢਦਿਆਂ, ਮੰਦਾ ਬੋਲਦਿਆਂ, ਨਿੰਦਾ ਚੁਗਲੀ ਕਰਦਿਆਂ ਤਿਆਰ ਕੀਤਾ। ਤੇ ਉਹੀ ਝੂਠ ਕੂਠ ਨਿਆਣਿਆਂ ਨੂੰ ਖਵਾਈਏ ਤੇ ਕਿਵੇਂ ਮੱਤ ਉੱਚੀ ਹੋ ਪਾਵੇਗੀ? ਨਹੀਂ ਹੋਵੇਗੀ, ਕਤਈ ਨਹੀਂ ਹੋਵੇਗੀ। ਸੋ ਜੇ ਬਾਹਰੋਂ ਦਸਾਂ ਨਵਾਂ ਦੀ ਕਿਰਤ ਦੀ ਉਪਜੀਵਕਾ ਆਵੇ, ਸੁਚਮਤਾ ਦੇ ਨਾਲ ਤਿਆਰ ਹੋਵੇ ਤੇ ਬੱਚੇ ਛਕਣ, ਅਵශ්‍ය ਹੀ ਉਹ ਆਗਿਆਕਾਰੀ ਹੋਣਗੇ, ਅਵශ්‍ය ਹੀ ਉਹਨਾਂ ਦੇ ਅੰਦਰ ਉੱਚੇ ਸੰਸਕਾਰ ਬਣਨਗੇ, ਅਵශ්‍ය ਹੀ ਉਹਨਾਂ ਦੀ ਮੱਤ ਜਿਹੜੀ ਆ ਉਹ ਉੱਚਤਾ ਵੱਲ ਨੂੰ, ਉਚਾਈਆਂ ਵੱਲ ਨੂੰ ਜਾਵੇਗੀ। ਕਿੰਤੂ ਐਸਾ ਹੋ ਨਹੀਂ ਰਿਹਾ ਸੰਸਾਰ ਤੇ। ਸਰੋ ਵਿਚਾਰ ਠੱਗ ਖਾਧਾ ਮੁਰਦਾਰ, ਜਿਹੜਾ ਠੱਗੀ ਮਾਰਨੀ ਹੈ ਝੂਠ ਬੋਲ ਕੇ ਤੇ ਠੱਗੀ ਨਾਲ ਪ੍ਰਾਪਤ ਕੀਤਾ ਪਦਾਰਥ ਖਾਣਾ ਜਿਹੜਾ ਹੈ ਨਾ, ਉਹ ਮੁਰਦਾ ਖਾਣ ਤੋਲਾ। ਪਰ ਨਿੰਦਾ ਪਰ ਮਲ ਮੁਖ ਸੁਧੀ, ਕਹਿੰਦੇ ਜਿਹੜੀ ਪਰਾਈ ਨਿੰਦਿਆ ਕਰਨੀ ਹੈ, ਆਪਣੀ ਪੀੜੀ ਤਲੇ ਸੋਟਾ ਨਹੀਂ ਮਾਰਨਾ, ਦੂਜਿਆਂ ਵੱਲ ਵੇਖਣਾ। ਆਪਣੇ ਆਪ ਵੱਲ ਕਦੇ ਨਿਗਾਹ ਮਾਰ ਕੇ ਵੇਖੀਏ, ਮੈਂ ਕਿੰਨਾ ਕੁ ਮੰਦਾ ਤੇ ਕਿੰਨਾ ਕੁ ਚੰਗਾ। ਲੋਕੀ ਤੇ ਤੇਰਾ ਬਾਹਰੀ ਪਹਿਰਾਵਾ ਵੇਖ ਕੇ ਤੈਨੂੰ ਕਹਿ ਦਿੰਦੇ ਐ ਤੂੰ ਬੜਾ ਸ੍ਰੇਸ਼ਟ ਹੈ, ਬੜਾ ਮਹਾਨ ਹੈ, ਕਿੰਤੂ ਲੋਕੀ ਤੇ ਬਾਹਰੋਂ ਹੀ ਵੇਖਦੇ ਆ ਨਾ। ਤੂੰ ਕਦੇ ਅੰਤਰਗਤ ਆਪਣੇ ਅੰਦਰ ਵੜ ਕੇ ਵੇਖਿਆ? ਕਿੰਨੇ ਕੁ ਤੇਰੇ ਉੱਤਮ ਵਿਚਾਰ ਹੈ ਤੇ ਕਿਤਨੇ ਕੁ ਅੰਦਰ ਵਕਾਰਾਂ ਦੇ ਪ੍ਰਵਾਹ ਚੱਲ ਰਹੇ ਤੇਰੇ ਅੰਦਰੋਂ, ਕਿਤਨਾ ਕੁ ਤੂੰ ਮਹਾਨ ਤੇ ਕਿਤਨਾ ਕੁ ਤੂੰ ਕਨਿਸ਼ਟ ਹੈ। ਅੰਤਰਮੁਖ ਬਿਰਤੀ ਕਰਕੇ ਜਦੋਂ ਨਿਆਇ ਦ੍ਰਿਸ਼ਟੀ ਦੇ ਨਾਲ ਆਪਣੇ ਅੰਦਰ ਤੱਕੇਗਾ ਨਾ, ਤੇ ਦੂਜਿਆਂ ਨੂੰ ਨਿੰਦਨ ਦੇ ਵਾਸਤੇ ਤੇਰੇ ਕੋਲ ਸਮਾਂ ਹੀ ਨਹੀਂ ਹੋਵੇਗਾ। ਦੂਜਿਆਂ ਦੀ ਨਿੰਦਿਆ ਕਰਨ ਵਾਸਤੇ ਤੇਰੇ ਕੋਲ ਸਾਹਸ ਹੀ ਨਹੀਂ ਜੁਟ ਪਾਵੇਗਾ, ਕਿਉਂਕਿ ਆਪਣੇ ਅੰਦਰ ਵੇਖੇਗਾ ਕਿ ਪਤਾ ਲੱਗੇਗਾ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਅੰਦਰ ਔਗਣ ਆਲੂਦ ਦਿਸਣਗੇ ਤੈਨੂੰ। ਨਿਆਇ ਦ੍ਰਿਸ਼ਟੀ ਨਾਲ ਅੰਦਰ ਤੱਕਣਾ, ਆਪਣੇ ਵੱਲ ਵੇਖਣਾ, ਕਿਹੜੇ ਕਿਹੜੇ ਔਗਣ। ਵਕਾਰਾਂ ਦੀ ਭਰਮਾਰ ਨਹੀਂ ਚੱਲ ਰਹੀ ਅੰਦਰ, ਮਨ ਦੇ ਵਿੱਚ ਲੋਭ ਨਹੀਂ ਲੱਗ ਰਿਹਾ, ਕਦੇ ਮਨ ਦੇ ਵਿੱਚ ਕ੍ਰੋਧ ਦਾ ਉਛਾਲਾ ਨਹੀਂ ਆਉਂਦਾ, ਕਿ ਮਨ ਦੇ ਵਿੱਚ ਕਦੇ ਈਰਖਾ ਉਤਪੰਨ ਨਹੀਂ ਹੁੰਦੀ। ਸਭ ਔਗਣ ਹਨਗੇ ਅੰਦਰ, ਕਿੰਤੂ ਆਪਣੇ ਅੰਦਰ ਥੋੜੀ ਨਾ ਤੱਕਣਾ, ਦੂਜਿਆਂ ਵੱਲ ਤੱਕਣਾ ਤੇ ਤੱਕ ਕੇ ਕਹਿਣਾ ਹੈ ਕਿ ਮਾੜਾ ਹੈ, ਇਹ ਝੂਠਾ ਹੈ, ਬੜਾ ਫਰੇਬੀ ਹੈ, ਦੂਜਿਆਂ ਦੀ ਨਿੰਦਿਆ ਕਰਨੀ ਹੈ।
ਤੇ ਪਰ ਨਿੰਦਾ, ਪਰਾਇਆਂ ਦੀ ਜਿਹੜੀ ਨਿੰਦਿਆ ਕਰਨੀ ਹੈ ਨਾ, ਇਹ ਪਰ ਮਲ ਮੁਖ ਸੁਧੀ, ਇਹ ਪਰਾਈ ਸੁਧੀ ਨਾਮ ਨਿਰੀ, ਪਰਾਈ ਮੈਲ ਖਾਣ ਤੋਲੀ ਹੈ। ਜਿਹੜੀ ਪਰਾਈ ਦੂਜਿਆਂ ਨੂੰ ਮਾੜਾ ਕਹਿਣਾ ਨਾ, ਜੋ ਕੋਈ ਕਰ ਰਿਹਾ ਹੈ ਉਹ ਆਪਣੇ ਕੀਤੇ ਕਰਮ ਦਾ ਫਲ ਸਰੂਪ ਅਵਸ਼ ਹੀ ਭੋਗੇਗਾ। ਤੇਰੇ ਮਾੜਾ ਕਹਿਣ ਦੇ ਨਾਲ ਉਹਨੂੰ ਕੋਈ ਅਧਿਕ ਫਲ ਜਾਂ ਛੇਤੀ ਨਹੀਂ, ਜਦੋਂ ਸਮੇਂ ਦੇ ਨਿਰਧਾਰਤ ਅਨੁਸਾਰ ਉਹਨੂੰ ਕੀਤੇ ਕਰਮ ਦਾ ਫਲ ਸਰੂਪ ਜੋ ਬਣਿਆ ਮਿਲਣਾ, ਉਹ ਅਵਸ਼ ਮਿਲਣਾ। ਕਿੰਤੂ ਜੇ ਤੂੰ ਮਾੜਾ ਕਹੀ ਜਾਵੇਂਗਾ, ਇਹਦਾ ਇੱਕ ਤਾਂ ਅਗਲੇ ਨੂੰ ਲਾਭ ਹੋਵੇਗਾ, ਉਹ ਕਿ ਅਗਲੇ ਦੇ ਪਾਪ ਧੁੱਲ ਜਾਣਗੇ। ਤੂੰ ਮਾੜਾ ਕਹਿ ਰਿਹਾ ਨਾ ਕਿਸੇ ਨੂੰ, ਕਿਸੇ ਨੇ ਕੋਈ ਵਿਭਚਾਰ ਕਰਮ ਕੀਤਾ ਹੈ, ਤੂੰ ਵੇਖ ਲਿਆ, ਹੁਣ ਹਜ਼ਾਰਾਂ ਵਿੱਚ ਜਾਂ अन्य संगी साथियां विच ओहदा पाप कर्म तू प्रगट कर रहे हैं, तो ओहदे पाप दा बोझ तू अपने सिर चुक रहे। अगले दा ते लाभ ही, ओहदा ते पाप कीता लह रहा, तुल रहा, किंतु तेरा इहदे विच लाभ नहीं, क्योंकि तू अपने सिर अणहोंदा भार निंदक सिर धरा, अणहोया बोझ अपने सिर ते चुक रहे। जिहड़ा पाप कीता भी नहीं है, ਉਹ ਪਾਪ ਦਾ ਬੋਝਾ ਤੂੰ ਆਪਣੇ ਸਿਰ ਤੇ ਉਠਾ ਰਹੇ ਹੈ, ਚੁੱਕ ਰਹੇ ਹੈ। ਇਹ ਪਰਾਈ ਨਿੰਦਾ ਹੈ। ਤੇ ਪਰਾਈ ਨਿੰਦਾ ਜਿਹੜੀ ਕਰਨੀ ਹੈ ਨਾ, ਇਹ ਸੁਧੀ ਨਾਮ ਨਿਰੀ ਪਰ ਮਲ ਮੁਖ, ਪਰਾਈ ਮੈਲ ਹੀ ਤੂੰ ਖਾ ਰਹੇ ਹੈ। ਜਿਸਨੂੰ ਕਿ ਅਲਮਲ ਖਾਈ ਸਿਰ ਛਾਈ ਪਾਈ, ਮੂਰਖਨ ਦਾ ਪਤ ਗਵਾਈ। ਅਲਮਲ ਪਰਾਈ ਗੰਦਗੀ ਵਿਸ਼ਟਾ ਮੈਲ ਖਾ ਰਹੇ ਹੈ, ਤੂੰ ਸੁਧੀ ਮੈਲ ਖਾ ਰਹੇ ਹੈ। ਪਰਾਈ ਨਿੰਦਾ ਕਰਨ ਰੂਪੀ ਇਸ ਵਾਸਤੇ ਗੁਰਾਂ ਵਰਜਿਆ ਹੋਇਆ, ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ। ਤੇ ਨਿੰਦਾ ਤਾਂ ਹੀ ਕਰ ਰਹੇ ਹਾਂ ਕਿਉਂਕਿ ਬਾਹਰਮੁਖ ਦ੍ਰਿਸ਼ਟੀ ਆਪਣੀ ਪੀੜੀ ਤਲੇ ਸੋਟਾ ਨਹੀਂ, ਅੰਤਰਮੁਖ ਬਿਰਤੀ ਕਰਕੇ ਬੈਠੀਏ। ਇੱਕ ਤਾਂ ਦੂਜਿਆਂ ਦੇ ਔਗਣਾਂ ਵੱਲੇ ਵੇਖਣ ਵਿੱਚ ਸਮਾਂ ਨਹੀਂ ਅਜਾਈ ਜਾਵੇਗਾ। ਅੰਤਰਮੁਖ ਔਗਣ ਦਿਸਣਗੇ ਨਾ ਜਦੋਂ ਆਪਾਂ ਨੂੰ, ਤੇ ਮਨੁੱਖੀ ਮਨ ਦਾ ਸੁਭਾਅ ਹੈ, ਮਨੁੱਖੀ ਮਨ ਦਾ ਸੁਭਾਅ ਹੈ ਕਿ ਜਦੋਂ ਇਹ ਆਪਣੇ ਆਪ ਨੂੰ ਨੀਵਿਆਂ ਪਾਉਂਦਾ ਹੈ, ਭਾਵ ਆਪਣੇ ਆਪ ਨੂੰ ਕਨਿਸ਼ਟ ਪਾਉਂਦਾ ਹੈ, ਫਿਰ ਇਹ ਚਾਹੁੰਦਾ ਹੈ ਕਿ ਮੈਂ ਮਹਾਨ ਬਣਾ, ਉੱਤਮ ਬਣਾ। ਜਦੋਂ ਔਗਣ ਅੰਦਰ ਦਿਸਣਗੇ ਨਾ, ਤਾਂ ਔਗਣਾਂ ਦਾ ਅੰਦਰ ਦਿਸਣਾ ਹੀ ਮਾਨੋ ਇਹ ਜਿਹੜੇ ਵੱਡੇ ਭਾਗਾਂ ਦਾ ਜਾਗਣ ਹੈ। ਹਲੇ ਔਗਣ ਆਪਾਂ ਨੂੰ ਆਪਣੇ ਦਿਸ ਹੀ ਨਹੀਂ ਰਹੇ। ਆਪਣੇ ਔਗਣ ਦਿਸਣ ਲੱਗ ਪੈਣ ਕਿ ਇਹ ਆਪਣੇ ਵਿੱਚ ਔਗਣ, ਕੋਈ ਇੱਕ ਔਗਣ ਨਹੀਂ ਹੈ। ਹੁਣ ਤੇ ਕਹਿੰਦਾ ਮੈਂ ਤੇ ਬੜਾ ਸਾਫ਼ ਦਿਲ ਦਾ, ਮੇਰੇ ਵੀ ਅਸੀਂ ਤੇ ਕਦੇ ਕਿਸੇ ਨਾਲ ਈਰਖਾ ਕੀਤੀ ਨਹੀਂ, ਲੋਕੀ ਸਾਡੇ ਨਾਲ ਈਰਖਾ ਕਰਦੇ ਹੈ। ਤੇ ਲੋਕੀ ਕੌਣ ਹੈ? ਜਿਹਨੂੰ ਮਰਜ਼ੀ ਪੁੱਛ ਲਓ, ਉਹੀ ਕਹੇਗਾ ਮੈਂ ਬੜਾ ਹੀ ਸਾਫ਼। ਅਸੀਂ ਤਾਂ ਨਾ ਬੜਾ ਲੋਕਾਂ ਦਾ ਭਲਾ ਕਰਦਾ, ਲੋਕੀ ਸਾਡੇ ਨਾਲ ਈਰਖਾ ਕਰਦੇ। ਅੰਤਰਮੁਖ ਹੋ ਕੇ ਵੇਖ, ਤੇਰੇ ਅੰਦਰ ਵੀ ਭਰੀ ਹੋਈ ਹੈ। ਅੰਤਰਮੁਖ ਬਿਰਤੀ ਕਰਕੇ ਤਾਂ ਵੇਖ, ਤੇਰੇ ਅੰਦਰ ਵੀ ਲੋਭ ਲੱਗ ਰਿਹਾ ਹੈ, ਤੇਰੇ ਅੰਦਰ ਵੀ ਕ੍ਰੋਧ ਬਣ ਰਿਹਾ ਹੈ, ਤੇਰੇ ਅੰਦਰ ਵੀ ਕਾਮ ਦੀ ਭਰਮਾਰ ਹੈ, ਤੇਰੇ ਅੰਦਰ ਵੀ ਮੋਹ ਦੀ ਮੈਲ ਚਿੰਬੜੀ ਹੋਈ ਹੈ। ਕਿੰਤੂ ਤੂੰ ਅੰਤਰਮੁਖ ਹੁੰਦਾ ਨਹੀਂ ਨਾ, ਇਸ ਵਾਸਤੇ ਤੈਨੂੰ ਆਪਣੇ ਔਗਣ ਦੀਦੇ ਨਹੀਂ ਹੈ, ਲੋਕਾਂ ਦੇ ਤੈਨੂੰ ਦੀਦੇ ਆ। ਲੋਕਾਂ ਵਾਲੇ ਵੇਹਣਾ ਜੋ ਆਪਣੇ ਵੱਲੇ ਕਦੇ ਵੇਖਿਆ ਕੋਈ ਨਹੀਂ। ਸੋ ਜਦੋਂ ਅੰਤਰਮੁਖ ਬਿਰਤੀ ਕਰਕੇ ਆਪਾਂ ਆਪਣੇ ਵੱਲ ਵੇਖਾਂਗੇ, ਆਪਣੇ ਔਗਣ ਸਾਹਮਣੇ ਦਿਸਣਗੇ, ਤਾਂ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰਾਂਗੇ। ਤੇ ਜੇ ਕੋਈ ਆਪਾਂ ਨੂੰ ਮਾੜਾ ਕਹਿ ਰਿਹਾ ਹੈ
ਤਾਂ ਇਹਦੇ ਵਿੱਚ ਦੂਜੇ ਤੇ ਕ੍ਰੋਧ ਧੋਣਾ ਕੋਈ ਦਾਨਸ਼ਮੰਦਤਾ ਨਹੀਂ ਹੈ। ਮਾੜਾ ਕਹਿਣ ਵਾਲੇ ਤੇ ਕ੍ਰੋਧ ਧੋ ਕਰਕੇ ਮੈਂ ਮਾਰ ਦੇਵਾਂਗਾ, ਮੈਂ ਤੈਨੂੰ ਇਉਂ ਕਰ ਦੇਵਾਂਗਾ, ਤੂੰ ਮੈਨੂੰ ਮਾੜਾ ਕਹਿ ਰਿਹਾ, ਇਹ ਮਾੜਾ ਕਹਿਣ ਵਾਲੇ ਤੇ ਕ੍ਰੋਧ ਧੋਣਾ ਦਾਨਸ਼ਮੰਦੀ ਨਹੀਂ। ਕ੍ਰੋਧ ਅਵਗੁਣ ਤੇ ਫਿਰ ਆ ਗਿਆ। ਇੱਕ ਤਾਂ ਅਗਲੇ ਨੇ ਅਵਗੁਣ ਦੱਸਿਆ ਆਪਣਾ, ਉਹ ਆਪਣਾ ਅਵਗੁਣ ਕੱਢਣ ਦੀ ਬਜਾਏ ਅਗਲੇ ਨੇ ਆਪਣੇ ਨੂੰ ਮਾੜਾ ਕਿਹਾ ਤੇ ਆਪਣਾ ਅਵਗੁਣ ਜ਼ਾਹਰ ਕਰ ਦਿੱਤਾ। ਕਿਉਂਕਿ ਜਿਹੜਾ ਅਵਗੁਣ ਆਪਣੇ ਜ਼ਾਹਰ ਕਰਦਾ ਹੈ ਨਾ, ਸੱਚਾ ਮਿੱਤਰ ਵਾਸਤਵ ਕੋਈ ਹੁੰਦਾ। ਤੇ ਜਿਹੜਾ ਆਪਣੇ ਅਵਗੁਣਾਂ ਤੇ ਪਰਦੇ ਹੀ ਪਾਉਂਦਾ ਰਹਿੰਦਾ ਹੈ ਤੇ ਪੋਚੇ ਮਾਰਦਾ ਤੂੰ ਬੜਾ ਚੰਗਾ ਹੈ, ਤੂੰ ਬੜਾ ਮਹਾਨ ਹੈ, ਉਹ ਕਦੇ ਮਿੱਤਰ ਨਹੀਂ ਹੁੰਦਾ, ਉਹ ਸ਼ਤਰੂ ਹੁੰਦਾ। ਤੇ ਜਿਹੜਾ ਆਪਣੇ ਅਵਗੁਣ ਦੱਸਦਾ ਕਿ ਤੇਰੇ ਵਿੱਚ ਆ ਅਵਗੁਣ ਹੈ, ਤੇ ਦੂਜੇ ਦੁਆਰਾ ਦੱਸੇ ਗਏ ਆਪਣੇ ਅਵਗੁਣ ਜਿਹੜੇ ਭਾਵੇਂ ਕੜਵੇ ਬੋਲ ਲੱਗਦੇ ਅਗਲੇ ਦੇ, ਭਾਵੇਂ ਅਗਲੇ ਦੇ ਬੋਲ ਕੌੜੇ ਲੱਗਦੇ ਹੈ, ਤੇ ਕ੍ਰੋਧ ਵਿੱਚ ਆ ਕੇ ਅਗਲੇ ਨੂੰ ਮਾਰਿਆ ਕੁੱਟਿਆ ਚਾਹੁੰਦੇ, ਕਿੰਤੂ ਵਿਚਾਰ ਦ੍ਰਿਸ਼ਟੀ ਨਾਲ ਤੱਕੀਏ ਤੇ ਸੱਚਾ ਮਿੱਤਰ ਹੈ ਉਹ ਆਪਣਾ। ਆਪਣੇ ਅਵਗੁਣ ਦੱਸ ਰਿਹਾ, ਜਦ ਆਪਾਂ ਨੂੰ ਆਪਣੇ ਅਵਗੁਣ ਪਤਾ ਲੱਗਣਗੇ ਆਪਾਂ ਆਪਣੇ ਅਵਗੁਣਾਂ ਦੀ ਨਿਵਰਤੀ ਦਾ ਯਤਨ ਕਰਾਂਗੇ, ਅਵਗੁਣਾਂ ਨੂੰ ਦੂਰ ਕਰਨ ਦਾ ਯਤਨ ਕਰਾਂਗੇ। ਸੋ ਇਹ ਜਿਹੜੀ ਪਰਾਏ ਦੁਆਰਾ ਆਪਣੇ ਅਵਗੁਣਾਂ ਨੂੰ ਜ਼ਾਹਰ ਕਰਨਾ ਹੈ ਨਾ, ਉਹ ਅਗਲੇ ਦਾ ਮੈਤਰੀ ਭਾਵ ਸਮਝ ਕੇ ਕ੍ਰੋਧਿਤ ਨਹੀਂ ਹੋਣਾ ਚਾਹੀਦਾ। ਕਬੀਰ ਸਾਹਿਬ ਜੀ ਕਹਿੰਦੇ ਨਿੰਦਾ ਮੌਕਾ ਲੋਕ ਨਿੰਦਾ। ਭਾਈ ਲੋਕੀ ਨਿੰਦਾ ਕਰਦੇ ਆ, ਭਾਈ ਨਿੰਦੋ ਬੜੀ ਚੰਗੀ ਗੱਲ ਹੈ। ਇੱਕ ਤੇ ਮੈਨੂੰ ਆਪਣੇ ਅਵਗੁਣ ਦਿਸਦੇ ਆ ਜਿਨ੍ਹਾਂ ਨੂੰ ਦੂਰ ਕਰਨ ਦਾ ਮੈਂ ਯਤਨ ਕਰ ਲਵਾਂਗਾ। ਕਈ ਦਫਾ ਆਪਣੇ ਆਪ ਨਹੀਂ ਅਵਗੁਣ ਦੀਦੇ। ਤੇ ਦੂਤੀ ਜੇ ਕੋਈ ਅਵਗੁਣ ਹੈ ਵੀ ਹੈ ਤੇ ਸਾਡੀ ਨਿੰਦਾ ਕਰੋਗੇ ਤੇ ਸਾਡੇ ਅਵਗੁਣ ਧੁੱਬ ਜਾਣਗੇ। ਕਿਉਂਕਿ ਨਿੰਦਾ ਕਰੈ ਨਿੰਦਕ, ਜਿਹੜਾ ਨਿੰਦਕ ਹਮਰੇ ਕੱਪੜੇ ਧੋਏ। ਨਿੰਦਕ ਸਾਡੇ ਮਨ ਰੂਪੀ ਅੰਤਸ਼ਕਰਨ ਰੂਪੀ ਕੱਪੜੇ ਧੋਂਦਾ। ਸੋ ਰੋ ਵਿਚਾਰ ਗੁਰੂ ਨਾਨਕ ਦੇਵ ਜੀ ਕਹਿ ਰਿਹਾ, ਜਿਹੜੀ ਪਰਾਈ ਨਿੰਦਾ ਕਰਨੀ ਹੈ ਨਾ ਦੂਜਿਆਂ ਦੀ, ਇਹ ਸੁਧੀ ਨਿਰੀ ਮੈਲ ਖਾਣ ਤੋਂ ਲੈ। ਇਸ ਵਾਸਤੇ ਨਿੰਦਾ ਭਲੀ ਕਿਸੇ ਕੀ ਨਹੀਂ, ਕਿਸੇ ਦੀ ਨਿੰਦਾ ਨਹੀਂ ਕਰਨੀ ਚਾਹੀਦੀ। ਪਰਾਈ ਨਿੰਦਾ ਕਰਕੇ ਆਪਾਂ ਕੇਵਲ ਤੇ ਕੇਵਲ ਵਿਸ਼ਟਾ ਖਾਂਦੇ ਹਾਂ, ਗੰਦਗੀ ਸੇਵਨ ਕਰਦੇ ਹਾਂ। ਅਗਨ ਕ੍ਰੋਧ ਚੰਡਾਲ, ਤੇ ਫਿਰ ਕ੍ਰੋਧ ਰੂਪੀ ਅੱਗ ਜਿਹੜੀ ਹੈ ਇਹ ਚੰਡਾਲ ਤੁੱਲ ਹੈ। ਅੱਗ ਦੀ ਨਿਆਈ ਸਾੜਨ ਵਾਲਾ ਜਿਹੜਾ ਕ੍ਰੋਧ ਹੈ। ਕਿਉਂਕਿ ਕਾਮ ਕ੍ਰੋਧ ਕਾਇਆ ਕਉ ਗਲ ਹੈ, ਜਿਉ ਕੰਚਨ ਸੁਹਾਗਾ ਢਾਲ। ਕ੍ਰੋਧ ਜਿਹੜਾ ਨਾ ਇਹ ਜੀਵ ਨੂੰ ਸਾੜਦਾ ਅੰਦਰੋਂ। ਬਿਖ ਤੇ ਕ੍ਰੋਧ ਦੋਨਾਂ ਵਿੱਚ ਬੜੋ ਅੰਤਰ ਆਹੇ, ਬੜਾ ਵੱਡਾ ਅੰਤਰ ਹੈ ਦੋਨਾਂ ਦੇ ਵਿੱਚ। ਕੀ ਅੰਤਰ ਹੈ? ਕਹਿੰਦੇ ਹੈ ਕਿ ਕ੍ਰੋਧ ਨਿਜਾਸਰਾ ਦਹਿ, ਬਿਖ ਨ ਸਵਾਸਰਾ ਦਾਹ। ਜ਼ਹਿਰ ਤੇ ਕ੍ਰੋਧ ਵਿੱਚ ਇੰਨਾ ਫਰਕ ਹੈ ਕਿ ਜ਼ਹਿਰ ਆਪਣੇ ਸਵਾਸਰੇ ਨੂੰ ਸਾੜਦੀ ਨਹੀਂ। ਜਿਸ ਸੀਸੀ ਵਿੱਚ ਜਾਂ ਜਿਸ ਪਾਤਰ ਵਿੱਚ ਜ਼ਹਿਰ ਪਈ ਹੋਵੇ ਨਾ, ਉਹ ਪਾਤਰ ਦਾ ਕਦੇ ਜ਼ਹਿਰ ਪਤਨ ਨਹੀਂ ਕਰਦੀ, ਉਹਦਾ ਨਾਸ ਨਹੀਂ ਕਰਦੀ। ਤੇ ਕ੍ਰੋਧ ਨਿਜਾਸਰਾ ਦਾ। ਕ੍ਰੋਧ ਕੀ ਹੈ? ਜਿਹਦੇ ਆਸ਼ਰਿਤ ਹੁੰਦਾ, ਜਿਹਦੇ ਵਿੱਚ ਹੁੰਦਾ ਨਾ ਕ੍ਰੋਧ, ਉਹਦਾ ਹੀ ਰਕਤ ਸਾੜਦਾ ਰਹਿੰਦਾ। ਅਗਲੇ ਦਾ ਕੋਈ ਨਹੀਂ ਵਿਗੜਦਾ। ਜੇ ਆਪਣੇ ਅੰਦਰ ਕ੍ਰੋਧ ਆਇਆ, ਕਿਸੇ ਨੇ ਆਪਾਂ ਨੂੰ ਮਾੜਾ ਕਹਿ ਦਿੱਤਾ ਹੈ ਜਾਂ ਕੋਈ ਗਲਤ ਬੋਲ ਦਿੱਤਾ ਹੈ, ਤੇ ਆਪਣੇ ਅੰਦਰ ਕ੍ਰੋਧ ਆ ਗਿਆ, ਪ੍ਰਬਲ ਕ੍ਰੋਧ ਆ ਗਿਆ। ਤੇ ਜਿਹੜਾ ਕ੍ਰੋਧ ਹੈ ਇਹ ਅਗਲੇ ਦਾ ਕੁਝ ਨਹੀਂ ਵਿਗਾੜੇਗਾ। ਕ੍ਰੋਧ ਨਿਜਾਸਰ ਆਪਣੇ ਅੰਦਰ ਨੂੰ ਸਾੜੇਗਾ। ਤੇ ਕ੍ਰੋਧ ਦੇ ਆਉਂਦਿਆਂ ਹੀ ਜਿਹੜੀ ਸ੍ਰੇਸ਼ਟ ਮੱਤ ਹੈ ਉਹ ਨਾਸ ਹੋ ਜਾਂਦੀ ਹੈ। ਕ੍ਰੋਧ ਇੱਕ ਐਸਾ ਚੰਡਾਲ ਹੈ
कितना भी कोई विचार दृष्टि वाला होवे, कितना भी कोई उत्तम दानिशमंदता वाला जीव होवे, समझदार होवे, किंतु ਜਦੋਂ क्रोध आ ਜਾਂਦਾ है ना तो क्रोध मती मार देंदा, विचारहीन हो जाता है जीव उस वेले। क्रोधी जीव नूं भी मंदा बोलन लगे अपने पराए दा बोध नहीं रहिंदा, क्रोध दे वसीकार होया अपनियां नूं भी मंदा बोल जांदा है। क्रोध क्योंकि मती विचलित कर दिंदा है, क्रोध दे वसीकार होई बुद्धि विचारहीणी हो जाती है। ਐਂ कह ले क्रोध मत मार दिंदा है, क्रोध निज आसरे अपने आसरे नूं साड़दा। ऐसा ये क्रोध अग दी न्याई है जो चंडाल किया है, क्रोध जिहड़ा चूड़ा जीव दे अंदर लग रहा है। सो ऐसे ऐसे अवगुणां दे नाल ये जीव दा हिरदा जिहड़ा है ना लबा लाभ भरिया होया है। अब ऐसे ऐसे अवगुण जीव के अंदर पाई दे, लोभ है, लोभ रूपी कुत्ता इन्हों चिंबड़िया होया है। इसे तरह झूठ बोलन रूपी चूड़ा अंदर दे बन रहे है, चंडाल ते ठगियां मारनियां धोखे धड़ी नाल ऐसा ये मुर्दा खांदा, पराई निंदा रूपी मैल खांदा। क्रोध दी प्रचंड अग्नि इहदे अंदर बल रही है। रस कस आप सलाहना, फिर रस कस खाण विच बड़ी आसक्ति बन रही है। स्वादिष्ट रसदायक पदार्थ खांदा क्योंकि खाण पीण नाल ही स्नेह लगा होया है। जैसे गुरु नानक देव जी नाल कलयुग मिलिया सी ते जेवा ते शिशन इंद्री फड़ी ते कहा सी कि इसी रस विच सारी खलकत नूं मैं लंघा दियांगा। सो कलयुग दे प्रभाव करके सारी ही खलकत जां ते जेवा दे रस दे विच गलतान हो रही, भाव जीवा दा रस प्रबल लगा होया जां विषय रस प्रबल लगा होया। रस कस सो तरह तरह दे रस खाने अते कस कसीस दे दे के कड्डे शराबां आदि पीणियां, मंदे मीट आदि खाने, ऐसे रस कस रसां कसां दे विच लग रहा है। ते आप सलाना फिर अपने आप नूं सलाउंदा, अपनी सिफत आपों ही करदा रहिंदा, कदे गुरु दी सिफत नहीं, कदे निरंकार दी सलाहता नहीं, कदे नाम दी महिमा नहीं मुखों कहनी। किसी कुल बैठा ना अपनी महिमा दे आप ही बिसन पदे गाई जाएगा। मैं पहलों आ करदा हुंदा सी, मैं इस तरह कीता, फलाने दी इत्थे मदद कीती, मैं इत्थे अपने बिसन पदे गाई जाएगा। सुभाविक ही है। किते वेख लो बैठे गल्लां करदे होए जां इस्त्रियां मनुख आदि किते भी बैठे गल्लां कर रहे, सुभाविक ही आप ही विचार के वेख लिया सी किहो जिहियां गल्लां कर, अपने ही विसन पदे गाउणे हन। मैं फलाने थां ते आ कीता, दूजा बोल रहा भी मैं इत्थे ऐ कीता, अपनी सलाहता दीयां गल्लां सुनाई जाणियां। फलाने समय फलाने की सहायता की, आप सलाहन अपने आप नूं ही सलाई जाना, कदे गुरु की सलाहता नहीं। धन गुरु नानक देव जी जो शरण आयां दी लज्जा रखण वाले है, जो पापियां नूं पवित्र करन वाले, कदे गुरु नानक देव जी की सलाहता नहीं, कदे पर ब्रह्म स्वरूप दे नाम की सलाहता नहीं। वेखो नाम जप के अजामल वर्गे पापियां का उद्धार हो गया। ऐसा कितना उत्तम नाम जपना चाहिए। वाहिगुरु वाहिगुरु नाम की महिमा नहीं, गुरु की महिमा नहीं, अपनी महिमा आप सलाहना, अपने आप नूं सलाई जाना। ये कर्म मेरे करतार। सतगुरु जी कथन करते हे मेरे करतार,
हे अकाल पुरख वाहिगुरु ये कर्म ऐसे ऐसे कर्म मेरे हनगे, अथवा ये मेरे करतार, हे मेरे करतार वाहिगुरु ये कर्म मैं जीवां दे ਜਿਹੜੇ ਪਿੱਛੇ ਗਾਣੇ, ਇਹਨਾਂ ਕਰਮਾਂ ਵਿੱਚ ਸਮਸਤ ਜੀਵ ਲੱਗ ਰਹੇ। ਆਸੁਰੀ ਸੰਪਦਾ ਦੇ ਜਿਹੜੇ ਇਹ ਔਗਣ ਹੈ, ਇਹਨਾਂ ਔਗਣਾਂ ਦੇ ਵਿੱਚ ਸਮਸਤ ਜੀਵ ਗਲਤਾਨ ਹੋ ਰਹੇ ਆ। ਇਹਨਾਂ ਔਗਣਾਂ ਦੇ ਵਿੱਚ ਸਾਰਾ ਸੰਸਾਰ ਖਚਤ ਹੋ ਰਿਹਾ। ਸੋ ਸਾਧ ਸੰਗਤ, ਸਮੇਂ ਦੀ ਸਮਾਪਤੀ ਹੈ। ਇਸ ਵਾਸਤੇ ਕਥਾ ਵਿਚਾਰ ਦੀ ਇੱਥੇ ਸਮਾਪਤੀ ਕਰਦੇ ਹਾਂ। ਸ਼ਬਦ ਦੇ ਰਹਿੰਦੇ ਪਦਾਂ ਦੇ ਵਿਚਾਰ ਅਗਲੇ ਦੀਵਾਨਾਂ ਅੰਦਰ ਆਪਾਂ ਸਰਵਣ ਕਰਾਂਗੇ। ਦਾਸ ਦੀ ਤੁਛ ਬੁੱਧੀ ਹੈ, ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਜੋ ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪ੍ਰਲੋਕ ਸੁਹੇਲੇ ਕਰਨ। ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ, ਰਸ ਕਸ ਆਪ ਸਲਾਹਣਾ, ਏ ਕਰਮ ਮੇਰੇ ਕਰਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ